प्राचीन पंथ प्रकाश भाग चौथा छोटा कल्लूकारा। चौपई अब मैं उनकी बात सुनाऊं, रहे जो पड़ोल कठूहे थाऊं, बचे घोड़े सो एह दिस आए, बिना घोड़े ते पहाड़ चढ़ाए। वाहिगुरु जी का खालसा वाहिगुरु जी की फतेह। चौपई अब मैं उनकी बात सुनाऊं। कथा चौथे भाग ਦੀ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਮੈਂ ਹੁਣ ਉਹਨਾਂ ਦੀ ਕਥਾ ਆਪ ਜੀ ਨੂੰ ਸੁਣਾਉਂਦਾ ਹਾਂ। ਰਹੇ ਜੋ ਪੜੋਲ ਕਠੂਹੇ ਥਾਊ, ਜਿਹੜੇ ਕਿ ਗੁਰਸਿੱਖ ਜਿਹੜੇ ਹਨ, ਜਿਹੜੇ ਪਟੋਲ ਜਾਂ ਕਟੂਹੇ ਉੱਥੇ ਹੀ ਰਹਿ ਪਏ ਸਨ, ਨਹੀਂ ਇੱਧਰ ਉੱਧਰ ਜਾ ਸਕੇ, ਉਹੀ ਥਾਂ ਤੇ ਉਹਨਾਂ ਨੇ ਜਿਹੜਾ ਹੈ ਠਹਿਰਨਾ ਕੀਤਾ। ਬਚੇ ਘੋੜੇ ਸੋ ਇਹ ਦਿਸ ਆਏ, ਕਹਿੰਦੇ ਜਿਹੜੇ ਕਿ ਘੋੜਿਆਂ ਵਾਲੇ ਗੁਰਸਿੱਖ ਸਨ ਇਸ ਘੱਲੂਘਾਰੇ ਦੇ ਵਿੱਚ, ਜਿਹੜੇ ਬਚ ਗਏ ਸਨ ਉਹ ਵੀ ਇੱਧਰ ਜੰਗਲ ਵਿੱਚ ਕਟੂਹੇ ਵਿੱਚ ਆ ਗਏ ਸਨ। ਬਿਨਾ ਘੋੜੇ ਤੇ ਪਹਾੜ ਚੜਾਏ, ਦੇਖੋ ਜਿਹੜੇ ਬਿਨਾ ਘੋੜਿਆਂ ਤੋਂ ਸੀ ਉਹ ਤਾਂ ਗੁਰਸਿੱਖ ਪਹਾੜਾਂ ਤੇ ਚੜ ਗਏ ਸਨ। ਚੌਹਾਂ ਵੱਲ ਹੋ ਗਏ ਸਿੰਘਨ ਕੇ ਫੇਰੇ, ਦੇਖੋ ਕਹਿੰਦੇ ਸਾਰੇ ਸਿੱਖ ਉਸ ਵੇਲੇ ਗੁਰਮਤਾ ਅਨੁਸਾਰ ਸਾਰੇ ਖਿੰਡ ਗਏ ਸਨ। ਐਸੇ ਭਏ ਦੁੱਖਨ ਕੇ ਘੇਰੇ, ਦੇਖੋ ਇਸ ਤਰ੍ਹਾਂ ਦੇ ਦੁੱਖਾਂ ਦੇ ਘੇਰੇ ਸਿੱਖਾਂ ਨੂੰ ਪੈ ਗਏ। ਉੱਤੇ ਦਰਿਆਏ ਸੋ ਤੁਰਤ ਰੁੜਾਵੈ, ਦੇਖੋ ਜਿਹੜੇ ਤਾਂ ਦਰਿਆ ਵਿੱਚ ਡਿੱਗ ਪਏ ਸਨ ਜਾਂ ਤਰਨੇ ਦੀ ਕੋਸ਼ਿਸ਼ ਕੀਤੀ ਸੀਗੀ ਉਹ ਤਾਂ ਉੱਥੇ ਹੀ ਰਾਵੀ ਵਿੱਚ ਰੁੜ ਗਏ ਸਨ। ਉੱਤ ਪਹਾੜੀਏ ਗਲ ਰੱਸੀ ਪਾਵੈ, ਦੇਖੋ ਜਿਹੜੇ ਪਹਾੜ ਤੇ ਚੜ ਗਏ ਸਨ ਉਧਰ ਪਹਾੜੀ ਰਾਜਿਆਂ ਨੇ ਉਹਨਾਂ ਦੇ ਗਲਾਂ ਵਿੱਚ ਰੱਸੀਆਂ ਪਾ ਲੀਆਂ ਤੇ ਸਿੰਘਾਂ ਨੂੰ ਜਿਹੜਾ ਕਬਜ਼ੇ ਵਿੱਚ ਕਰਕੇ ਬੰਨ੍ਹ ਲਿਆ, ਗ੍ਰਿਫਤਾਰ ਕਰ ਲਿਆ। ਇਹ ਤੋਂ ਫੌਜ ਦੀਵਾਨ ਜੋ ਠਈ, ਦੇਖੋ ਇੱਧਰ ਜਿਹੜੀ ਪਿੱਛੇ ਉਹ ਲਖਪਤ ਰਾਏ ਦੀ ਫੌਜ ਆ ਰਹੀ ਸੀ ਪਿੱਛੇ, ਸੌ ਸਿੰਘਨ ਕੋ ਕਾਟਤ ਭਈ, ਉਹ ਵੀ ਸਿੰਘਾਂ ਨੂੰ ਪਿੱਛੋਂ ਕੱਟਦੀ ਆ ਰਹੀ ਸੀ, ਵੱਢਦੀ ਆ ਰਹੀ ਸੀ, ਸ਼ਹੀਦ ਹੀ ਕਰਦੇ ਆਏ ਰਹੇ ਸਨ ਸਿੰਘਾਂ ਨੂੰ। ਅੱਗੇ ਰਾਹੇ ਨਹਿ ਲੱਭੈ ਪਹਾੜੀ, ਦੇਖੋ ਅੱਗੇ ਜਿਹੜਾ ਹਨ ਰਾਹ ਜਿਹੜਾ ਸੀ ਨਹੀਂ ਲੱਭਦਾ ਸੀਗਾ, ਕਿਉਂਕਿ ਅੱਗੇ ਪਹਾੜਾਂ ਦੇ ਵਿੱਚ ਰਸਤਾ ਵੀ ਕੋਈ ਨਹੀਂ ਸੀਗਾ, ਜਿਹਦੇ ਕਰਕੇ ਕਿਤੇ ਵੀ ਕਿਸੇ ਥਾਂ ਤੇ ਜਾਣ ਦੀ ਕੋਈ ਵੀ ਰਸਤਾ ਨਹੀਂ ਲੱਭਦਾ ਸੀ। ਐਸੀ ਭਈ ਸਮੇਂ ਕੀ ਕਾਰੀ, ਦੇਖੋ ਸਮੇਂ ਦੀ ਕਾਰੀ, ਸਮੇਂ ਦਾ ਐਸਾ ਹੀ ਸਮਾਂ ਦੌਰ ਆਇਆ ਜੀ ਸਿੱਖਾਂ ਤੇ। ਦੋਹਰਾ ਔਰ ਬਾਤ ਕਛੂ ਨਹਿ ਬਨੇ, ਸਿੰਘਨ ਯਹ ਮਤ ਕੀਨ। ਦੇਖੋ ਕਹਿੰਦੇ ਸਿੰਘਾਂ ਨੇ ਇਹ ਮਤ ਕਰ ਲਈ, ਇਹ ਫੈਸਲਾ ਕਰ ਲਿਆ ਵੀ ਹੋਰ ਤਾਂ ਕੋਈ ਗੱਲ ਨਹੀਂ ਬਣੇਗੀ ਹੁਣ। ਉਤਰੇ ਸਭੇ ਪਿਆਦ ਹੋਏ ਡਿੱਗ ਪਰੇ ਜ਼ਮੀਨ, ਦੇਖੋ ਜਿਹੜੇ ਪੈਦਲ ਸਿੱਖ ਸਨ ਉੱਤੇ ਨੂੰ ਚੜ੍ਹਦੇ ਤਾਂ ਪਹਾੜੀ ਡਿੱਗਦੇ ਸਨ, ਥੱਲੇ ਲੱਖੂ ਦੀ ਫੌਜ ਡਿੱਗ ਰਹੀ ਹੈ, ਤਾਂ ਸਿੰਘਾਂ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਉੱਤੇ ਜਾਣ ਨਾਲੋਂ ਤਾਂ ਥੱਲੇ ਨੂੰ ਆ ਜਾਈਏ। ਥੱਲੇ ਆਉਂਦਿਆਂ ਹੋਇਆਂ ਕਈ ਗੁਰਸਿੱਖ ਤਿਲਕ ਗਏ ਤੇ ਕਈ ਤਾਂ ਰੁੜਦੇ ਹੀ ਆਏ ਥੱਲੇ ਨੂੰ। ਚੌਪਈ ਪਾਛੇ ਪੜੇ ਪਹਾੜੀਏ ਫੇਰ, ਦੇਖੋ ਕਹਿੰਦੇ ਡਿੱਗਦਿਆਂ ਨੂੰ ਜਾਂ ਪਿੱਛੇ ਨੂੰ ਮੁੜਦਿਆਂ ਹੋਇਆਂ ਨੂੰ ਦੇਖ ਕੇ ਪਹਾੜੀ ਜਿਹੜੇ ਉੱਤੇ ਖੜੇ ਸਨ ਉਹ ਵੀ ਉੱਤਰ ਆਏ ਵੀ ਸਿੰਘਾਂ ਨੂੰ ਭੱਜਦਿਆਂ ਹੋਇਆਂ ਨੂੰ ਫੜ ਲਈਏ ਹੁਣ। ਸਿੰਘਨ ਮਾਰੇ ਕੂਟੇ ਘੇਰ, ਦੇਖੋ ਸਿੰਘਾਂ ਨੂੰ ਘੇਰ ਘੇਰ ਕੇ ਕੁੱਟਦੇ ਹਨ, ਬੜੀ ਮਾਰ ਕਰਦੇ ਹਨ ਸਿੰਘਾਂ ਤੇ ਫਿਰ ਕਈਆਂ ਨੂੰ ਤਾਂ ਮਾਰਦੇ ਵੀ ਹਨ, ਸ਼ਹੀਦ ਵੀ ਕਰਦੇ ਹਨ। ਸਿੰਘਨ ਉੱਚੇ ਪਰਬਤ ਤਕਾਏ, ਦੇਖੋ ਸਿੰਘਾਂ ਨੇ ਫਿਰ ਦੂਸਰੇ ਪਾਸੇ ਵਾਲਾ ਪਰਬਤ ਜਿਹੜਾ ਉੱਚਾ ਉਹ ਤੱਕਿਆ ਵੀ ਉਹ ਹਜੇ ਉੱਥੇ ਕੋਈ ਨਹੀਂ ਹੈਗਾ, ਹੱਥ ਨਾ ਪਹੁੰਚਿਓ ਤਬ ਫਿਰ ਆਏ। ਦੇਖੋ ਉੱਥੇ ਵੀ ਕੋਸ਼ਿਸ਼ ਕੀਤੀ, ਉੱਥੇ ਵੀ ਨਾ ਚੜ ਸਕੇ ਤਾਂ ਫਿਰ ਉੱਥੋਂ ਵੀ ਸਿੰਘ ਵਾਪਸ ਥੱਲੇ ਨੂੰ ਆ ਗਏ। ਐਸੀ ਆਨ ਚੁਫੇਰੀ ਪਈ, ਦੇਖੋ ਚੁਫੇਰੇ ਚਾਰੇ ਪਾਸਿਆਂ ਤੋਂ ਜਿਹੜਾ ਹਨ ਐਸੀ ਵਿਪਤਾ ਸਿੰਘਾਂ ਨੂੰ ਪੈ ਗਈ, ਕੋਈ ਵੀ ਕਿਤੇ ਜਾਣ ਦਾ ਥਾਂ ਨਹੀਂ ਬਚ ਗਿਆ, ਸਾਰੇ ਪਾਸੇ ਤੇ ਹੀ ਉਹ ਘੇਰੀ ਖੜੇ ਹਨ। ਸਿੰਘਨ ਪੌਰਖ ਨਾਹੇ ਬਸਈ, ਦੇਖੋ ਕਹਿੰਦੇ ਸਿੰਘਾਂ ਨੂੰ ਜਿਹੜਾ ਹੈ ਉਹ ਹਿੰਮਤ ਵੀ ਨਹੀਂ ਪੈਂਦੀ ਸੀ ਹੁਣ, ਕਿਉਂਕਿ ਕਈ ਮਹੀਨਿਆਂ ਦੇ ਭੁੱਖੇ ਸਨ ਗੁਰਸਿੱਖ, ਖਾਣਾ ਵੀ ਨਹੀਂ ਖਾਦਾ, ਪਾਣੀ ਵੀ ਪੀਣ ਨੂੰ ਨਹੀਂ ਮਿਲਿਆ, ਤੇ ਕਹਿੰਦੇ ਭੁੱਖੇ ਭਾਣਿਆਂ ਦੀ ਹੁਣ ਹਿੰਮਤ ਵੀ ਨਹੀਂ ਰਹੀ ਸੀ ਵੀ ਕਿਤੇ ਹੋਰ ਪਾਸੇ ਨੂੰ ਜਾਂ ਲੜ ਕੇ ਜਾਂ ਜਿਹੜਾ ਹੈ ਜੰਗ ਕਰਕੇ ਅੱਗੇ ਤੁਰ ਪਈਏ। ਲੁੱਟ ਨਹਿ ਸਕਹਿ ਮੋਲ ਨਹਿ ਪਾਵੈ, ਦੇਖੋ ਕਹਿੰਦੇ ਸਿੰਘਾਂ ਨੂੰ ਜਿਹੜਾ ਹੈ ਉਹਨਾਂ ਦੇ ਵਿੱਚ ਹੁਣ ਲੁੱਟਣ ਜੋਗੀ ਵੀ ਜਿਹੜੀ ਤਾਕਤ ਨਹੀਂ ਰਹੀ ਕਿ ਵੀ ਕਿਸੇ ਪਿੰਡ ਵਿੱਚ ਜਾ ਕੇ ਕੁਝ ਲੈ ਕੇ ਖਾ ਲੈਣ, ਉਹ ਵੀ ਹਿੰਮਤ ਨਾ ਰਹੀ ਹੁਣ। ਇਤ ਕਰ ਭੁੱਖੇ ਮਰ ਮਰ ਜਾਵੈ, ਦੇਖੋ ਕਈ ਤਾਂ ਗੁਰਸਿੱਖ ਜਿਹੜੇ ਭੁੱਖੇ ਹੀ ਆਪਣਾ ਦਮ ਛੱਡ ਗਏ, ਉਹਨਾਂ ਤੋਂ ਤਾਂ ਜਿਹੜਾ ਹੈ ਨਹੀਂ ਸਹਾਰਿਆ ਗਿਆ, ਕਈ ਸਿੱਖ ਜਿਹੜੇ ਹਨ ਐਸੇ ਹੀ ਜਿਹੜੇ ਹਨ ਸ਼ਹੀਦ ਹੋ ਗਏ। ਜਿੱਧਰ ਜਾਵੈ ਉਧਰੋਂ ਮਰਾਵੈ, ਦੇਖੋ ਜਿੱਧਰ ਨੂੰ ਵੀ ਜਾਂਦੇ ਹਨ ਉਧਰ ਹੀ ਮਾਰਨ ਵਾਲੇ ਸਾਹਮਣੇ ਖੜੇ ਹੁੰਦੇ ਹਨ। ਖੜ ਖੜ ਸਿੰਘ ਚੋ ਫੇਰ ਤਕਾਵੈ, ਦੇਖੋ ਖੜ ਖੜ ਕੇ ਗੁਰਸਿੱਖ ਜਿਹੜੇ ਨੇ ਉਹ ਇੱਧਰ ਦੇਖਦੇ ਹਨ, ਚਾਰੇ ਪਾਸਿਆਂ ਨਿਗਾਹ ਪਾਉਂਦੇ ਹਨ ਵੀ ਕੋਈ ਰਸਤਾ ਹੈ ਕਿਤੇ ਜਾਣ ਦਾ,
ਪਰ ਕੋਈ ਵੀ ਰਸਤਾ ਨਹੀਂ ਮਿਲਦਾ ਹੁਣ। ਤਬ ਸਿੰਘਨ ਨੇ ਯਹ ਮਤ ਠਈ, ਉਸ ਵੇਲੇ ਸਿੰਘਾਂ ਨੇ ਤਾਂ ਇਹ ਮਤ ਜਿਹੜੀ ਹੈ ਠਹਿਰਾ ਲਈ, ਇਹ ਫੈਸਲਾ ਕੀਤਾ ਆਪਸ ਵਿੱਚ। ਹਮਰ ਪ੍ਰਭਤੀਨ ਬੁਰੀ ਨਾ ਕਈ, ਕਹਿਣ ਲੱਗੇ ਦੇਖੋ ਕਿ ਅਸੀਂ ਤਾਂ ਪਰਬਤਿਆਂ ਦਾ ਕੋਈ ਬੁਰਾ ਨਹੀਂ ਕੀਤਾ ਸੀ, ਇਹ ਪਹਾੜੀਆਂ ਦਾ ਕਿੱਥੇ ਅਸੀਂ ਕੋਈ ਬੁਰਾ ਕੀਤਾ ਹੈ, ਇਹਨਾਂ ਦਾ ਤਾਂ ਕੁਝ ਅਜੀ ਵਿਗਾੜਿਆ ਵੀ ਨਹੀਂ ਸੀਗਾ। ਸਗਵਾ ਪ੍ਰਭਤੀਨ ਕੇ ਰਿਪ ਮਾਰੇ, ਦੇਖੋ ਕਹਿੰਦੇ ਸਗੋਂ ਅਸੀਂ ਪਹਾੜੀਆਂ ਦੇ ਦੁਸ਼ਮਣਾਂ ਨੂੰ ਮਾਰ ਰਹੇ ਹਾਂ। ਜਿਹੜੇ ਮੁਗਲ ਨੇ ਇਹ ਵੀ ਪਹਾੜੀਆਂ ਨੂੰ ਤੰਗ ਹੀ ਕਰਦੇ ਨਾ, ਇਹਨਾਂ ਤੋਂ ਟੈਕਸ ਲੈਂਦੇ ਹਨ, ਪਹਾੜੀਆਂ ਨੂੰ ਤੰਗ ਕਰਦੇ ਹਨ। ਕਹਿੰਦੇ ਅਸੀਂ ਇਹਨਾਂ ਦੇ ਦੁਸ਼ਮਣਾਂ ਨੂੰ ਮਾਰ ਰਹੇ ਹਨ, ਸਾਡੀ ਜੰਗ ਇਹਨਾਂ ਦੇ ਦੁਸ਼ਮਣਾਂ ਦੇ ਨਾਲ ਹੈ, ਤੇ ਉਲਟਾ ਇਹ ਪਹਾੜੀ ਸਾਨੂੰ ਹੀ ਮਾਰੀ ਜਾਂਦੇ ਨੇ। ਇੰਨੇ ਮੂਰਖ ਹਨ, ਕਹਿੰਦੇ ਇਹ ਪਹਾੜੀਆਂ ਵਿੱਚ ਰਹਿ ਕੇ ਪੱਥਰੇ ਬਣੇ ਪਏ ਹਨ। ਹਮਨੇ ਇਨਕੇ ਕਾਜ ਸਵਾਰੇ, ਦੇਖੋ ਸਿੰਘ ਕਹਿੰਦੇ ਅਸੀਂ ਉਲਟਾ ਇਹਨਾਂ ਦੇ ਕਾਰਜ ਸਵਾਰਦੇ ਆਏ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਲੈ ਕਰਕੇ। ਹਮ ਤੁਰਕਨ ਸੋ ਜੰਗ ਮਚਾਵੇ, ਦੇਖੋ ਅਸੀਂ ਤੁਰਕਾਂ ਨਾਲ ਜੰਗ ਕਰ ਰਹੇ ਹਾਂ, ਇਨਕੇ ਉੱਪਰ ਆਵਨ ਨਾ ਪਾਵੇ। ਦੇਖੋ ਇਸ ਕਰਕੇ ਤੁਰਕਾਂ ਦਾ ਜ਼ੋਰ ਇਹਨਾਂ ਤੇ ਨਹੀਂ ਪੈ ਰਿਹਾ, ਕਿਉਂਕਿ ਸਿੰਘ ਹੀ ਰਾਸਤੇ ਵਿੱਚ ਰੋਕ ਲੈਂਦੇ ਹਨ। ਉਹਨਾਂ ਨੇ ਹੀ ਮੁਗਲਾਂ ਨੂੰ ਜਿਹੜਾ ਗੱਦੀ ਗੇੜੇ ਵਿੱਚ ਪਾਇਆ ਪਿਆ ਹੈ, ਤੇ ਇਸ ਕਰਕੇ ਮੁਗਲ ਜਿਹੜੇ ਨੇ ਉਹ ਪਹਾੜੀਆਂ ਤੱਕ ਨਹੀਂ ਪਹੁੰਚ ਸਕਦੇ। ਕਹਿੰਦੇ ਸਾਡਾ ਧੰਨਵਾਦ ਤਾਂ ਕੀ ਕਰਨਾ, ਉਲਟਾ ਇਹ ਪਹਾੜੀ ਸਾਨੂੰ ਹੀ ਮਾਰਦੇ ਹਨ। ਹਮਨੇ ਜੀਤ ਤੁਰਕ ਅਬ ਮਾਰੇ, ਦੇਖੋ ਕਹਿੰਦੇ ਹੁਣ ਅਸੀਂ ਤੁਰਕਾਂ ਨੂੰ ਮਾਰ ਕੇ ਜੇ ਜਿੱਤ ਵੀ ਲਿਆ ਤਾਂ ਜਿਹੜਾ ਪਹਾੜੀ ਜਿਹੜੇ ਹਨ ਹੁਣ ਇੱਥੇ ਆ ਕੇ ਜਿਹੜੇ ਹਨ ਉਹ ਵੀ ਜਿਹੜਾ ਹਨ ਨਹੀਂ ਰਹਿਣ ਜੋਗੇ ਰਹਿਣਗੇ। ਕਹਿੰਦੇ ਦੇਖੋ ਇਹ ਪਹਾੜੀ ਜਿਹੜੇ ਨੇ ਇਹਨਾਂ ਨੇ ਵੀ ਸਾਨੂੰ ਮਾਰਨਾ ਹੈ, ਸੋ ਇਸ ਕਰਕੇ ਇਹ ਟਕਿਆਨ ਤੇ ਭਏ ਸੁਖਾਰੇ। ਦੇਖੋ ਲੋਕ ਜਿਹੜੇ ਹਨ ਟਕੇ ਭਰਨ ਤੋਂ, ਇਹ ਪਹਾੜੀ ਜਿਹੜੇ ਹਨ ਟਕੇ ਭਰਦੇ ਹਨ, ਮਤਲਬ ਕਿ ਟੈਕਸ ਤਾਰਦੇ ਹਨ ਮੁਗਲਾਂ ਦਾ, ਉਹਦੇ ਨਾਲ ਇਹ ਉਹਨਾਂ ਦੀ ਉਹ ਮਦਦ ਕਰਦੇ ਹਨ। ਤੇ ਜਿਹੜੇ ਸਿੰਘ ਇਹਨਾਂ ਨੂੰ ਫ੍ਰੀ ਦਾ ਸਭ ਕੁਝ ਦਿੰਦੇ ਹਨ ਉਹਨਾਂ ਨੂੰ ਮਾਰਦੇ ਹਨ। ਇਹ ਪਹਾੜੀਏ ਕੱਚੇ ਆਦ, ਇਸ ਕਰਕੇ ਇਹ ਪਹਾੜੀਏ ਕੱਚੇ ਹਨ, ਇਹ ਜਿਹੜੇ ਹਨ ਭੈੜੇ ਹਨ, ਇਹ ਬੇਇਤਬਾਰੀ ਹਨ, ਇਹਨਾਂ ਦਾ ਇਤਬਾਰ ਵੀ ਕੋਈ ਨਹੀਂ ਕਰ ਸਕਦੇ। ਕਰਿਓ ਇਨੈ ਹਮ ਗੁਰਸੋਂ ਬਾਦ, ਦੇਖੋ ਕਹਿੰਦੇ ਇਹਨਾਂ ਦੇ ਕਰਕੇ ਹੀ ਕਹਿੰਦੇ ਸਾਡੇ ਗੁਰੂ ਨੇ ਜਿਹੜਾ ਹਨ ਇਹਨਾਂ ਦਾ ਬਚਾਅ ਕਰਦੇ ਸਨ, ਉਲਟਾ ਸਾਡੇ ਗੁਰੂ ਨਾਲ ਹੀ ਇਹ ਜਿਹੜਾ ਝਗੜਾ ਕਰਦੇ ਰਹੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਅਸ ਕਹਿ ਸਿੰਘ ਸੋ ਚੜੇ ਪਹਾੜੀ, ਇਹ ਗੱਲਾਂ ਕਰਦੇ ਹਨ ਆਪਸ ਵਿੱਚ ਵਿਚਾਰ ਕਰਕੇ। ਸਿੰਘ ਪਹਾੜੀਆਂ ਤੇ ਚੜ੍ਹਦੇ ਹਨ, ਫੇਰ ਕੋਸ਼ਿਸ਼ ਕਰਦੇ ਹਨ ਅੱਗੇ ਹੋ ਕੇ ਆਪ ਉਜਾੜੀ। ਦੇਖੋ ਅੱਗੇ ਹੋ ਕੇ ਸਿੰਘ ਜਿਹੜੇ ਉਜਾੜਾਂ ਦੇ ਵਿੱਚ ਜਿੱਥੇ ਵੀ ਕੋਈ ਪਿੰਡ ਜਿਹੜਾ ਹਨ ਕੋਈ ਨਹੀਂ, ਔਰ ਜਿਹੜਾ ਕੋਈ ਆਉਂਦਾ ਜਾਂ ਨਹੀਂ ਆਉਂਦਾ ਸਿੰਘ ਚੜ੍ਹਦੇ ਹੀ ਹਨ, ਉਹਨਾਂ ਨੂੰ ਪਤਾ ਵੀ ਨਹੀਂ ਕਿੱਧਰ ਨੂੰ ਜਾ ਰਹੇ ਹਨ। ਕਈ ਹਜ਼ਾਰ ਸਿੰਘ ਪਰਬਤ ਧਸਿਆ, ਦੇਖੋ ਕਹਿੰਦੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਥਾਊਜ਼ੈਂਡਸ ਆਫ ਸਿੱਖ ਜਿਹੜੇ ਹਨ ਪਹਾੜਾਂ ਦੇ ਵਿੱਚ ਹੀ ਜਾ ਕੇ ਧਸ ਗਏ, ਅੰਦਰ ਵੜ ਗਏ ਜੀ। ਨੱਠੋ ਪਹਾੜ ਕਛ ਰਹਿ ਨਾ ਬਸਿਆ, ਦੇਖੋ ਕਹਿੰਦੇ ਇਸ ਕਰਕੇ ਨੱਠੋ ਪਹਾੜ, ਕਹਿੰਦੇ ਸਿੰਘਾਂ ਦਾ ਜਿਹੜਾ ਹੁਣ ਜ਼ੋਰ ਨਹੀਂ ਪੈਂਦਾ, ਕਿਉਂਕਿ ਉੱਚੀ ਪਹਾੜੀ ਹੈ, ਚੜ੍ਹਨਾ ਵੀ ਔਖਾ ਹੈ, ਉੱਤੋਂ ਜਿਹੜਾ ਭੋਜਨ ਜਿਹੜਾ ਲੰਗਰ ਵੀ ਨਹੀਂ ਛਕਿਆ ਹੋਇਆ, ਤੇ ਉਧਰੋਂ ਜਿਹੜਾ ਉਧਰੋਂ ਜਿਹੜੇ ਹਨ ਪਹਾੜੀ ਜਿਹੜੇ ਭਜਣਾ ਪਾਉਂਦੇ ਹਨ, ਪਿੱਛੋਂ ਲੱਖੂ ਆ ਰਿਹਾ ਹੈ। ਇਸ ਕਰਕੇ ਸਿੱਖ ਜਾਣ ਤੇ ਕਿੱਥੇ ਜਾਣ ਹੁਣ। ਪਾਛੇ ਤੁਰਕ ਸੋ ਲਾਗੇ ਜਾਵੇ, ਦੇਖੋ ਇਹ ਜਿਹੜੇ ਤੁਰਕ ਹਨ ਇਹ ਜਿਹੜੇ ਪਿੱਛੋਂ ਦੱਬੀ ਆ ਰਹੇ ਹਨ, ਬਸ ਜਿਹੜਾ ਹਨ ਕਹਿੰਦੇ ਅੱਗੇ ਅੱਗੇ ਮਾਰਚ ਕਰਦੇ ਹੀ ਆ ਰਹੇ ਹਨ। ਡਿੱਗੇ ਪੜੇ ਤਿਸ ਸੀਸ ਕਟਾਵੇ, ਦੇਖੋ ਕਹਿੰਦਾ ਜਿਹੜਾ ਵੀ ਸਿੱਖ ਭੱਜਦਾ ਹੋਇਆ ਕਿਤੇ ਡਿੱਗ ਪੈਂਦਾ ਕੋਈ ਠੇਡਾ ਖਾ ਕੇ, ਉਸੇ ਵੇਲੇ ਤੁਰਕਾਂ ਦੀਆਂ ਫੌਜਾਂ ਆ ਕੇ ਉਹਨਾਂ ਦਾ ਸੀਸ ਕਲਮ ਕਰ ਦਿੰਦੀਆਂ ਹਨ, ਸਿੰਘਾਂ ਦੇ ਸਿਰ ਕੱਟ ਦਿੰਦੀਆਂ ਹਨ। ਕਾਟਤ ਕੂਟਤ ਵਹਿ ਗਏ ਥਾਕ, ਦੇਖੋ ਕਹਿੰਦੇ ਇਹ ਮੁਗਲ ਜਿਹੜੇ ਹਨ ਸਿੰਘਾਂ ਨੂੰ ਕੱਟਦੇ ਹੋਏ, ਮਾਰਦੇ ਹੋਏ, ਕੁੱਟਦੇ ਹੋਏ ਥੱਕ ਗਏ ਹਨ। ਸਿੰਘ ਨਾ ਨਿਖੁੱਟੇ ਰਹੇ ਕਛ ਬਾਕ, ਪਰ ਸਿੰਘ ਮੁੱਕਦੇ ਨਹੀਂ ਜੀ, ਸਿੰਘਾਂ ਨੂੰ ਮਾਰ ਮਾਰ ਕੇ ਉਹ ਥੱਕ ਗਏ, ਪਰ ਸਿੰਘ ਨਿਖੁੱਟੇ ਨਹੀਂ ਨਿਖੁੱਟਦੇ, ਨਹੀਂ ਮੁੱਕਦੇ ਜੀ। ਕਹਿੰਦੇ ਰਹੇ ਕਛ ਬਾਕ, ਫਿਰ ਵੀ ਕੋਈ ਬਾਕੀ ਰਹੀ ਜਾਂਦਾ ਹੈ ਗੁਰਸਿੱਖ। ਦੋਹਰਾ ਕਹੂੰ ਕਹੂੰ ਸਿੰਘ ਲੜ ਪੜੈ, ਕਹੂੰ ਭੁੱਖੇ ਖਾਵੈ ਲੂਟ। ਦੇਖੋ ਕਹਿੰਦੇ ਕਈ ਤਾਂ ਥਾਵਾਂ ਤੇ ਕਈ ਸਿੰਘ ਨੇ ਜਿਹੜੇ ਆਪ ਜਿਹੜੇ ਹਨ ਹਿੰਮਤ ਕਰਕੇ ਲੜਦੇ ਹਨ, ਤੇ ਕਈ ਥਾਵਾਂ ਤੇ ਭੁੱਖੇ ਜਿਹੜਾ ਹਨ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ, ਜਿੱਥੋਂ ਵੀ ਕੁਝ ਮਿਲਦਾ ਹੈ ਲੈ ਕੇ ਉਹ ਛਕਦੇ ਹਨ, ਤੇ ਕਈਆਂ ਨੂੰ ਸਿੰਘ ਲੁੱਟੀ ਜਾਂਦੇ ਹਨ। ਜਹ ਮੁੱਲ ਦੇਵੈ ਨਾ ਤਹਾਂ, ਖਾਵੈ ਪੁੱਟਤ ਸੋ ਬੂਟ। ਦੇਖੋ ਕਹਿੰਦੇ ਜਿੱਥੇ ਪੈਸਿਆਂ ਦੀ ਵੀ ਹੁਣ ਰਸਤ ਨਹੀਂ ਮਿਲਦੀ, ਭਾਵੇਂ ਕਿਸੇ ਨੂੰ ਸਿੰਘ ਪੈਸੇ ਵੀ ਦੇਣ ਵੀ ਤੂੰ ਸਾਨੂੰ ਰਸਤ ਦੇ ਦੇ ਭਾਈ, ਸਾਨੂੰ ਕੁਝ ਖਾਣ ਨੂੰ ਦੇ ਦੇ, ਕਹਿੰਦੇ ਤਾਂ ਵੀ ਕੋਈ ਨਹੀਂ ਦਿੰਦਾ ਜੀ, ਪੈਸਿਆਂ ਦੇ ਮੁੱਲ ਤੇ ਵੀ ਕੋਈ ਖਾਣਾ ਨਹੀਂ ਦਿੰਦਾ। ਕਹਿੰਦਾ ਇਉਂ ਕਰਕੇ ਫਸਲ ਵੀ ਨਹੀਂ ਦਿੰਦੇ, ਨਾ ਕਹਿੰਦੇ ਕੁਝ ਦਿੰਦੇ ਹਨ। ਇਸ ਕਰਕੇ ਸਿੰਘਾਂ ਦਾ ਹੁਣ ਗੁਜ਼ਾਰਾ ਕਿਵੇਂ ਹੋਵੇਗਾ। ਚੌਪੇ ਤਹਾਂ ਲਚਾਰ ਰਿਜਕ ਕੀ ਭਈ, ਦੇਖੋ ਪਹਾੜਾਂ ਦੇ ਵਿੱਚ ਸਿੰਘਾਂ ਦਾ ਜਿਹੜਾ
ਜਿਹੜਾ ਵੱਡਾ ਦੁੱਖ ਇਹ ਹੋ ਗਿਆ ਕਿਤੇ ਰਾਸ਼ਨ ਨਹੀਂ ਉਹਨਾਂ ਨੂੰ ਮਿਲਦਾ, ਨਾ ਹੀ ਜਿਹੜਾ ਲੰਗਰ ਤਾਂ ਕਿੱਥੋਂ ਮਿਲਣਾ ਸੀ। ਸਿੰਘ ਸੋ ਚੜ ਗਏ ਭੁੱਖੇ ਕਈ, ਕਈ ਤਾਂ ਸਿੰਘ ਜਿਹੜੇ ਭੁੱਖੇ ਹੀ ਪਹਾੜਾਂ ਤੇ ਚੜ ਗਏ। ਮੁੱਲ ਜੋ ਮੰਗੈ ਨਾ ਢੁੱਕੈ ਦੁਆਰੇ। ਦੇਖੋ ਸਿੰਘਾਂ ਨੇ ਜੇ ਉਹਨਾਂ ਤੋਂ ਕੋਈ ਵੀ ਵਸਤੂ ਮੁੱਲ ਵੀ ਨੂੰ ਮੰਗਦੇ ਹਨ, ਵੀ ਮੁੱਲ ਦੇ ਕੇ ਲੈ ਲਓ ਭਾਈ, ਪਹਾੜੀ ਲੋਕ ਉਹਨਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਅੱਗੇ ਨਹੀਂ ਖੜਨ ਦਿੰਦੇ, ਨਹੀਂ ਟੁੱਕਣ ਦਿੰਦੇ, ਉਹਨਾਂ ਨੂੰ ਭਜਾ ਦਿੰਦੇ ਹਨ। ਕਹਿੰਦੇ ਤੁਸੀਂ ਚਲੇ ਜਾਓ ਇੱਥੋਂ, ਤੁਹਾਡੇ ਪੈਸੇ ਵੀ ਨਹੀਂ ਲੈਣੇ ਤਾਂ ਨਾ ਤੁਹਾਨੂੰ ਕੁਝ ਦੇਣਾ ਹੀ ਹੈ। ਸੋ ਇਉਂ ਕਰਕੇ ਸਿੰਘਾਂ ਨੂੰ ਘਰ ਦੇ ਬੂਹੇ ਤੇ ਆਇਆ ਹੋਇਆਂ ਨੂੰ ਉਹਨਾਂ ਦੇ ਮੂੰਹ ਤੇ ਜਿਹੜਾ ਹਨ ਬੂਹਾ ਬੰਦ ਵੀ ਕਰ ਦਿੰਦੇ ਹਨ। ਜੋ ਲੁੱਟੈ ਤਾਂ ਰਾਜੇ ਮਾਰੈ। ਦੇਖੋ ਕਹਿੰਦੇ ਜੋ ਲੁੱਟੈ, ਜੇ ਸਿੰਘ ਲੁੱਟ ਮਾਰ ਕਰਦੇ ਹਨ ਤਾਂ ਉਹ ਫਿਰ ਜਿਹੜੇ ਪਹਾੜੀ ਰਾਜੇ ਆ ਕੇ ਸਿੰਘਾਂ ਨੂੰ ਮਾਰ ਦਿੰਦੇ ਹਨ। ਖਰੀਦਣ ਗਏ ਸੋ ਦੇਵੈ ਨਹੀਂ। ਜੇ ਖਰੀਦਣ ਜਾਂਦੇ ਆ ਤਾਂ ਕੋਈ ਮੁੱਲ ਨਹੀਂ ਵੇਚਦਾ ਕੋਈ ਚੀਜ਼ ਸਿੰਘਾਂ ਨੂੰ। ਖਾਲਸੇ ਕੋ ਇਹ ਖੁਆਰੀ ਭਈ। ਦੇਖੋ ਖਾਲਸੇ ਨੂੰ ਇਹ ਖੁਆਰੀ ਮੁਸ਼ਕਲ ਪੈ ਗਈ ਜੀ ਬਹੁਤ ਜ਼ਿਆਦੇ ਹੁਣ। ਕਉ ਕਹੈ ਇਹ ਬੰਦੇ ਸੰਗ ਆਏ। ਦੇਖੋ ਕਹਿੰਦੇ ਕੋ ਕਹੈ, ਕੋਈ ਤਾਂ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਵੀ ਜਿਹੜੇ ਇਹ ਆਏ ਹਨ, ਕਹਿੰਦੇ ਇਹਨਾਂ ਨੂੰ ਤਾਂ ਜਿਹੜਾ ਹਨ ਮਾਰਨਾ ਹੈ, ਕਹਿੰਦੇ ਇਹਨਾਂ ਨੂੰ ਸਾਡੀ ਡਿਊਟੀ ਹੈ ਮਾਰਨ ਦੀ। ਕਹਿੰਦੇ ਜਿਹੜੇ ਬੰਦੇ ਬਹਾਦਰ ਨਾਲ ਆਏ ਹਨ ਸਿੰਘਾਂ ਦੇ, ਕਹਿੰਦੇ ਉਹ ਜਿਹੜੇ ਹਨ ਕਹਿੰਦੇ ਉਹਨਾਂ ਨੂੰ ਜਲੀਲ ਕਰਦੇ ਹਨ, ਉਹਨਾਂ ਨੂੰ ਜਿਹੜਾ ਕਮਜ਼ੋਰ ਦਿਖਾਉਂਦੇ ਹਨ। ਪਹਾੜੀ ਜਿਹੜੇ ਬੰਦੇ ਹਨ ਇਹ ਕਹਿੰਦੇ ਵੀ ਜਿਹੜਾ ਹਨ ਇਹ ਸਿੰਘਾਂ ਜਿਹੜੇ ਹਨ ਸਾਡੇ ਦੁਸ਼ਮਣ ਹੀ ਰਹੇ ਹਨ। ਇਸ ਤਰ੍ਹਾਂ ਹੀ ਇਹਨਾਂ ਨੂੰ ਕਿਹਾ ਹੋਇਆ ਇਹਨਾਂ ਦੇ ਰਾਜਿਆਂ ਨੇ। ਲੂਟ ਕੂਟ ਇਨ ਹਮ ਸੰਤਾਏ। ਦੇਖੋ ਕਹਿੰਦੇ ਪਹਾੜੀ ਕਹਿੰਦੇ ਹਨ ਕਿ ਸਾਨੂੰ ਇਹਨਾਂ ਨੇ ਲੁੱਟਿਆ ਕੁੱਟਿਆ ਹੈ, ਸਿੰਘਾਂ ਤੋਂ ਹਮੇਸ਼ਾ ਅਸੀਂ ਮਾਰ ਹੀ ਖਾਂਦੇ ਆਏ ਹਾਂ। ਬਹੁਤ ਦਿਨ ਦੇਖ ਸੋ ਜਾਵੈ ਭਾਜ। ਦੇਖੋ ਜਦੋਂ ਸਿੰਘਾਂ ਦੀ ਗਿਣਤੀ ਬਹੁਤੀ ਥੋੜੀ ਜੀ ਦੇਖ ਲੈ ਫਿਰ ਪਹਾੜੀ ਭੱਜ ਜਾਂਦੇ ਹਨ। ਜੇ ਆਪ ਬਹੁਤੇ ਹੁਣ ਸਿੰਘ ਇੱਕ ਅੱਧਾ ਹੋਵੇ ਫਿਰ ਪੈ ਜਾਂਦੇ ਨੇ ਟੁੱਟ ਕੇ। ਥੋੜਨ ਕੋ ਲੁੱਟ ਕਰੈ ਇਲਾਜ। ਦੇਖੋ ਸਿੰਘ ਜਦੋਂ ਥੋੜੇ ਜਿਹੜੇ ਹੁੰਦੇ ਹਨ, ਥੋੜੇ ਪਹਾੜੀਆਂ ਨੂੰ ਮਿਲਦੇ ਹਨ ਤਾਂ ਉਹਨਾਂ ਦਾ ਇਲਾਜ ਵੀ ਕਰ ਦਿੰਦੇ ਹਨ, ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਠੀਕ ਵੀ ਕਰ ਦਿੰਦੇ ਹਨ। ਪਰ ਜਦੋਂ ਇਹਨਾਂ ਦੀ ਗਿਣਤੀ ਜ਼ਿਆਦਾ ਹੋ ਜਾਵੇ ਪਹਾੜੀਆਂ ਦੀ ਫੇਰ ਆਪਣਾ ਜ਼ੋਰ ਦਿਖਾਉਂਦੇ ਹਨ। ਕਉ ਨਾ ਰਾਜਾ ਧੀਰ ਧਰਾਵੈ। ਦੇਖੋ ਐਸਾ ਕੋਈ ਵੀ ਰਾਜਾ ਨਹੀਂ ਰਹਿ ਗਿਆ ਜਿਹੜਾ ਸਿੰਘਾਂ ਦੀ ਧੀਰਜ ਬਣੇ, ਜਿਹੜਾ ਸਿੰਘਾਂ ਦਾ ਕੋਈ ਆਸਰਾ ਬਣੇ। ਹੁਣ ਕਉ ਨਾ ਰਾਜਾ ਗੈਲ ਛੁਡਾਵੈ। ਦੇਖੇ ਕੋਈ ਵੀ ਐਸਾ ਰਾਜਾ ਨਹੀਂ ਰਿਹਾ ਅੱਗੇ ਜਿਹੜਾ ਤੁਰਕਾਂ ਨੂੰ ਹੋ ਕੇ ਰੋਕੇ ਜਾਂ ਤੁਰਕਾਂ ਨੂੰ ਜਿਹੜਾ ਹਨ ਮਾਰੇ। ਅੱਜ ਜਿਹੜਾ ਹਨ ਇੰਨਾ ਡਰਪੋਕ ਇਹਨਾਂ ਵਿੱਚ ਪੈ ਗਿਆ, ਇੰਨੇ ਕਾਵਟ ਬਣ ਗਏ ਸਨ ਇਹ ਪਹਾੜੀ ਰਾਜੇ। ਇਹਨ ਮੰਨਦੇ ਸਨ, ਮੱਥੇ ਟੇਕਦੇ ਸਨ ਜਾ ਕੇ ਮੁਗਲਾਂ ਨੂੰ। ਤਬ ਸਿੰਘਨ ਨੇ ਭੇਖ ਵਟਾਇਓ। ਉਸ ਵੇਲੇ ਸਿੰਘਾਂ ਦੇ ਕੋਲ ਹੁਣ ਕੋਈ ਵੀ ਰਸਤਾ ਨਹੀਂ ਰਿਹਾ। ਜਿਹੜੇ ਪਹਾੜਾਂ ਤੇ ਪਹੁੰਚ ਗਏ ਉਹਨਾਂ ਨੇ ਆਪਣਾ ਭੇਸ, ਆਪਣਾ ਜਿਹੜਾ ਹੈ ਅਪੀਅਰੈਂਸ ਜਿਹੜਾ ਹੈ ਜਾਂ ਆਪਣਾ ਜਿਹੜਾ ਹੈ ਲਿਬਾਸ ਉਹਨਾਂ ਨੇ ਬਦਲਿਆ। ਕੇਸਨ ਬਾਂਧ ਸਿਰ ਜੱਟ ਠਹਿਰਾਇਓ। ਉਹਨਾਂ ਨੇ ਆਪਣੇ ਕੇਸਾਂ ਨੂੰ ਬੰਨ ਕਰਕੇ ਪਿੱਛੇ ਨੂੰ ਜਿਵੇਂ ਜੜਾਵਾਂ ਹੁੰਦੀਆਂ ਹਨ ਇਸ ਤਰ੍ਹਾਂ ਪਿੱਛੇ ਨੂੰ ਛੱਡ ਲਏ ਕੇਸ, ਤੇ ਇਉਂ ਲੱਗਣ ਜਿਵੇਂ ਕੋਈ ਸਾਧੂ ਹੁੰਦੇ ਹਨ। ਚਾਕਰ ਹੋਣੇ ਕਰੇ ਬਣਾਏ। ਤੇ ਫੇਰ ਕਹਿੰਦੇ ਕਈ ਤਾਂ ਐਸੇ ਹਨ ਉਹਨਾਂ ਦੇ ਵਿੱਚੋਂ ਇਸੇ ਸਾਧੂਆਂ ਦਾ ਭੇਸ ਬਣਾ ਕੇ ਉਹ ਨੌਕਰ ਬਣ ਗਏ, ਕਿਸੇ ਨਾ ਕਿਸੇ ਕਾਰਖਾਨੇ ਵਿੱਚ ਜਾਂ ਕਿਸੇ ਦੇ ਨੌਕਰ ਬਣ ਗਏ ਜੀ। ਜਾ ਕੇ ਪਹਾੜੀ ਬੰਦਿਆਂ ਵਰਗਾ ਉਹਨਾਂ ਨੇ ਲਿਬਾਸ ਬਣਾ ਲਿਆ ਤੇ ਇਉਂ ਕਰਕੇ ਵੀ ਪਛਾਣੇ ਨਾ ਜਾਣ। ਮੰਡੀ ਕੁੱਲੂ ਲੋ ਪਹੁੰਚਿਓ ਜਾਏ। ਦੇਖੋ ਸਿੰਘ ਜਿਹੜੇ ਹਨ ਜਿਹੜਾ ਕੁੱਲੂ ਜਿਹੜਾ ਥਾਂ ਹੈ ਜਾਂ ਮੰਡੀ ਹੈ ਉੱਥੇ ਤੱਕ ਸਿੰਘ ਚਲੇ ਗਏ ਹਨ ਪਹਾੜੀ ਇਲਾਕੇ ਵਿੱਚ। ਔਰ ਰਾਣੀ ਕਉ ਨਕਟੀ ਕਹਾਵੈ। ਕਹਿਣ ਲੱਗੇ ਉੱਥੇ ਜਿਹੜੀ ਇੱਕ ਰਾਣੀ ਸੀਗੀ, ਨਕਟੀ ਰਾਣੀ ਉਸਦਾ ਨਾਂ ਸੀਗਾ। ਇਹ ਨਕਟੀ ਰਾਣੀ ਜਿਹੜੀ ਸੀਗੀ ਇਹ ਜਿਹੜੀ ਹੈ ਕਾਫੀ ਜਿਹੜੀ ਹਨ ਇਹਦਾ ਜਿਹੜਾ ਇੱਕ ਪਿੰਡ ਇੱਕ ਨਗਰ ਸੀ ਇਹਦਾ ਆਪਣਾ, ਇਹ ਨਕਟੀ ਰਾਣੀ ਦਾ। ਤੇ ਥਾਂ ਜਾਏ ਦਿਨ ਕੱਟੈ ਸੁਖਾਵੈ। ਸਿੱਖਾਂ ਨੂੰ ਜਿਹੜਾ ਹੈ ਨਕਟੀ ਰਾਣੀ ਨੇ ਸੰਭਾਲਿਆ। ਉਹਨੇ ਸਿੰਘਾਂ ਨੂੰ ਜਿਹੜਾ ਹਨ ਹਿਫਾਜ਼ਤ ਕੀਤੀ, ਉਹਨੇ ਜਿਹੜਾ ਹਨ ਸਿੰਘਾਂ ਨੂੰ ਜਿਹੜਾ ਭੋਜਨ ਛਕਾਇਆ, ਸੇਵਾ ਕੀਤੀ ਸਿੰਘਾਂ ਦੀ। ਇਹ ਨਕਟੀ ਰਾਣੀ ਬੜੀ ਚੰਗੀ ਰਹੀ ਤੇ ਸਿੰਘਾਂ ਨੇ ਜਿਹੜਾ ਹਨ ਕੁਝ ਕੁ ਦਿਨ ਕੁਝ ਕੁ ਮਹੀਨੇ ਉੱਥੇ ਰਹਿ ਕੇ ਬਿਤਾਉਣੇ ਕੀਤੇ। ਐਸੇ 5-6 ਕੱਟੇ ਮਹੀਨੇ। ਦੇਖੋ ਕਹਿੰਦੇ 5-6 ਮਹੀਨੇ ਸਿੰਘਾਂ ਨੇ ਇਸ ਤਰ੍ਹਾਂ ਕੱਟੇ। ਜਿਹੜੇ ਤਾਂ ਪਹਾੜੀ ਇਲਾਕੇ 'ਚ ਚਲੇ ਗਏ ਉਹ ਤਾਂ ਸਾਧੂ ਬਣ ਕੇ ਉੱਥੇ ਕਿਸੇ ਦੇ ਨੌਕਰ ਬਣ ਕੇ ਕਿਸੇ ਦਾ ਕੰਮ ਕਰਕੇ ਜਿਹੜਾ ਹਨ ਲੇਬਰ ਦਾ ਕੰਮ ਕਰਕੇ ਵਿਚਾਰਿਆਂ ਨੇ ਟਾਈਮ ਲੰਘਾਇਆ। ਤੇ ਇਹ ਨਕਟੀ ਰਾਣੀ ਕੋਲ ਜਿਹੜੇ ਪਹੁੰਚ ਗਏ ਉੱਥੇ ਉਹ ਰਾਣੀ ਨੇ ਸੰਭਾਲ ਲਏ ਤੇ ਉਹ ਕਰਕੇ ਜਿਹੜਾ 5-6 ਮਹੀਨੇ ਲੰਘਾਏ ਸਿੰਘਾਂ ਨੇ। ਹੁਣ ਫਿਰ ਮੁੜ ਆਏ ਕੀਰਤਪੁਰੀ ਮੇ। ਫੇਰ ਸਿੰਘ ਜਿਹੜੇ ਹਨ ਜੋ 5-6 ਮਹੀਨੇ ਕੰਮ ਠੰਡਾ ਪੈ ਗਿਆ ਤਾਂ ਵਾਪਸ ਕੀਰਤਪੁਰ ਸਾਹਿਬ ਵਿੱਚ ਆ ਗਏ ਸਨ। ਦੋਹਰਾ ਜਾਊ ਬਚਿਓ ਇਸ ਮੌਤ ਤੇ ਵਿੱਚ ਪਹੁੰਚ ਪਹਾੜੀ ਔਖ। ਦੇਖੋ ਜਿਹੜੇ ਵੀ ਸਿੰਘ ਉਸ ਸਮੇਂ ਮੌਤ ਤੋਂ ਬਚੇ ਸਨ ਉਹ ਪਹਾੜਾਂ ਵਿੱਚ ਔਖੇ ਦਿਨ ਕੱਟ ਰਹੇ ਸਨ ਜਾਂ ਕੱਟ ਕੇ ਮੁਸੀਬਤਾਂ ਨੂੰ ਸਾਹਮਣਾ ਕਰਦੇ ਹੋਏ ਵਿਚਾਰੇ ਉਹ ਫਿਰ ਉਹਨਾਂ ਨੇ ਆਪਣੀ ਸਿੱਖੀ ਬਰਕਰਾਰ ਰੱਖੀ। ਆਪਣਾ ਸਿੱਖੀ ਦਾ ਜਿਹੜਾ
ਹੈ ਧਰਮ ਨਾ ਛੱਡਿਆ ਉਸਨਾਂ ਨੇ। ਕੀਰਤਪੁਰ ਫਿਰ ਆ ਪੁੱਜੇ, ਜੇ ਕੋ ਬਚਿਓ ਚੌਕ। ਦੇਖੋ ਕਹਿੰਦੇ ਜਿੰਨੇ ਕ ਥੋੜੇ ਬਹੁਤੇ ਜਿਹੜੇ ਬੱਚੇ ਸਨ ਉਹ ਕਿਰਤਪੁਰ ਆ ਕੇ ਜੁੜ ਗਏ ਜੀ, ਵਾਪਸ ਕਿਰਤਪੁਰ ਆਏ। ਛਠੇ ਮਹੀਨੇ ਲਿਖ ਚਿੱਠੇ, ਸਿੰਘਨ ਭਇਓ ਮਿਲਾਨ। ਦੇਖੋ ਫਿਰ 6ਵੇਂ ਮਹੀਨੇ, ਜੋ 6 ਮਹੀਨੇ ਬੀਤ ਗਏ ਸਨ ਇਸ ਘੱਲੂਘਾਰੇ ਨੂੰ, ਤਾਂ ਸਿੰਘਾਂ ਨੇ ਜਿਹਨਾਂ ਨੇ ਆਪਸ ਵਿੱਚ ਚਿੱਠੀਆਂ ਲਿਖ ਕੇ ਇਕੱਠ ਕੀਤਾ। ਜੋ ਬਚਿਓ ਉਹ ਮਰ ਗਇਓ, ਆਈ ਤਬ ਹੈ ਪਛਾਨ। ਫਿਰ ਉਸ ਵੇਲੇ 6 ਮਹੀਨਿਆਂ ਬਾਅਦ ਹੀ ਸਾਰੇ ਸਿੰਘਾਂ ਨੇ ਆਪਸ ਵਿੱਚ ਗਿਣਤੀ ਕੀਤੀ ਤੇ ਦੇਖਿਆ ਵੀ ਕਿੰਨੇ ਕੁ ਸ਼ਹੀਦ ਹੋਏ, ਕਿੰਨੇ ਕੁ ਗਵਾਚ ਗਏ, ਕਿੰਨੇ ਕੁ ਜਿਹੜੇ ਹਨ ਗੁੰਮਰਾਹ ਹੋ ਗਏ ਸਨ ਜਾਂ ਜਿਹੜੇ ਹਨ ਉੱਥੇ ਗਵਾਚ ਗਏ ਸਨ ਜੰਗਲਾਂ ਦੇ ਵਿੱਚ। ਕਹਿੰਦੇ ਉਹ ਸਾਰਿਆਂ ਦੀ ਸਾਰੀ ਗਿਣਤੀ ਤੇ ਭਰਾਵਾਂ ਨੇ ਆਪਸ ਵਿੱਚ ਦੇਖਿਆ ਕਿ ਸਾਡਾ ਭਰਾ ਬਚਿਆ ਕਿ ਨਹੀਂ। ਜਿਹੜਾ ਹਨ ਘਰਵਾਲੀ ਨੇ ਆਪਣੇ ਘਰਵਾਲੀ ਨੂੰ ਦੇਖਿਆ ਤੇ ਇਉਂ ਕਰਕੇ ਜਿਹੜਾ ਹਨ ਸਾਰੇ ਰਿਸ਼ਤੇਦਾਰੀਆਂ ਵਿੱਚ ਉਦੋਂ ਪਛਾਣ ਹੋਈ 6 ਮਹੀਨਿਆਂ ਬਾਅਦ ਜਦੋਂ ਇਕੱਠੇ ਹੋਏ। ਇਸ ਪ੍ਰਕਾਰ ਕਰਕੇ ਇਹ ਜਿਹੜਾ ਪ੍ਰਸੰਗ ਸੀਗਾ ਵੀ ਜਿਹੜਾ ਹਨ ਪਹਾੜੀਆਂ ਨੇ ਸਿੰਘਾਂ ਦਾ ਕੀ ਬੁਰਾ ਹਾਲ ਕੀਤਾ, ਇਹ ਇੱਥੇ ਸਮਾਪਤ ਹੁੰਦਾ ਹੈ। ਤੇ ਅੱਗੇ ਜਿਹੜਾ ਹਨ ਰਤਨ ਸਿੰਘ ਭੰਗੂ ਜੀ ਦੱਸਦੇ ਹਨ ਕਿ ਘੱਲੂਘਾਰੇ ਦੇ ਵਿੱਚ ਕਿੰਨੇ ਕੁ ਸਿੰਘ ਸ਼ਹੀਦ ਹੋਏ, ਉਹਨਾਂ ਦੀ ਗਿਣਤੀ ਕਰਕੇ ਦੱਸਦੇ ਹਨ। ਚੌਪੇ ਅਬ ਸੁਨ ਫਿਰ ਸਭ ਹਨ ਕੀ ਬਾਤ। ਕਹਿੰਦੇ ਹੁਣ ਅੱਗੇ ਵੀ ਸਾਰਿਆਂ ਦੀ ਗੱਲ ਆਪ ਜੀ ਸਰਵਣ ਕਰੋ ਜੀ। ਜਿਨ ਜਿਨ ਆਈ ਥੀ ਬਿਦਨ ਰਾਤ। ਜਿਨ੍ਹਾਂ ਸਿੰਘਾਂ ਤੇ ਇਹ ਮੌਤ ਦੀ ਰਾਤ ਆਈ ਸੀਗੀ, ਕਿੰਨੀਆਂ ਰਾਤਾਂ ਮੌਤ ਦੀਆਂ ਸਿੰਘਾਂ ਨੇ ਜਿਹੜਾ ਸਾਹਮਣਾ ਕੀਤਾ, ਬੜੇ ਤਕੜੇ ਹੋ ਕੇ, ਭਾਵੇਂ ਜ਼ੋਰ ਪੂਰਾ ਲਾਇਆ ਸੀ ਵੀ ਕੋਈ ਸਿੰਘ ਨਹੀਂ ਛੱਡਣਾ। ਜੋ ਜੰਗਲ ਮੈਂ ਪੁੱਜੇ ਸੋ ਬਾਚੇ। ਦੇਖੋ ਜਿਹੜੇ ਵੀ ਜੰਗਲ ਵਿੱਚ ਪਹੁੰਚ ਗਏ ਸਨ ਮਾਲਵੇ ਵਿੱਚ, ਉਹ ਤਾਂ ਸਿੰਘ ਬਚ ਗਏ ਸਨ। ਕੁਛ ਕ ਮਾਝੇ ਵੜ ਲੁਕ ਮੁੜ ਛਾਚੇ। ਕੁਝ ਕੇ ਜਿਹੜੇ ਸਿੰਘ ਸਨ ਉਹ ਮਾਝੇ ਵਿੱਚ ਦਾਖਲ ਹੋ ਗਏ ਸਨ, ਮਾਝੇ ਵਿੱਚ ਚਲੇ, ਕਿਉਂਕਿ ਇਹ ਸਾਰਾ ਕਾਰਜ ਜਿਹੜਾ ਹੈ ਲਾਹੌਰ ਤੋਂ ਸ਼ੁਰੂ ਹੋਇਆ। ਕਹਿੰਦੇ ਉਹ ਵੀ ਮਾਝੇ ਵਿੱਚ ਲੁਕ ਛਿਪ ਕੇ ਕਰਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਬਚਾ ਲਿਆ ਜੀ। ਔ ਜੋ ਪੜੋਲ ਫੜੇ ਸੋ ਮਾਰੇ। ਦੇਖੋ ਕਹਿੰਦੇ ਜਿਹੜੇ ਪੜੋਲ ਕਠੂਹੇ ਵਿੱਚ ਰਹਿ ਗਏ ਸਨ ਉਹ ਸਿੰਘ ਸਾਰਿਆਂ ਦੇ ਸਾਰੇ ਸ਼ਹੀਦ ਹੋ ਗਏ, ਉਹਨਾਂ ਵਿੱਚੋਂ ਨਾ ਕੋਈ ਬਚ ਸਕਿਆ। ਕਈ ਪਹਾੜਨ ਮੈਂ ਰਹੇ ਹਾਰੇ। ਕਈ ਜਿਹੜੇ ਹਨ ਪਹਾੜੀਆਂ ਦੇ ਵਿੱਚ ਰਹਿ ਗਏ, ਹਾਰ ਕੇ ਕਹਿੰਦੇ ਉੱਥੇ ਹੀ ਉਹਨਾਂ ਨੇ ਆਪਣਾ ਬਸੇਰਾ ਕਰ ਲਿਆ, ਘਰ ਘਰ ਬਣਾ ਕੇ ਉੱਥੇ ਹੀ ਰਹਿਣ ਲੱਗ ਪਏ। ਬਹੁਤੇ ਜੇਹਲ ਬਸੋਲੀਅਨ ਕਰਕੇ। ਕਹਿਣਗੇ ਕਈਆਂ ਨੂੰ ਜਿਹੜਾ ਹਨ ਬਸੋਲੀ ਵਾਲਿਆਂ ਨੇ ਜਿਹੜਾ ਹਨ ਜਿਨ੍ਹਾਂ ਨੂੰ ਜਿਹੜਾ ਹਨ ਡੱਕ ਲਿਆ ਸੀ ਉੱਥੇ, ਉਹ ਵੀ ਜਿਹੜੇ ਹਨ ਬਸੋਲੀ ਵਾਲੇ ਵੀ ਉੱਥੇ ਹੀ ਰਹਿ ਗਏ ਸਨ। ਹੱਥ ਹਥੌੜੀ ਗਲ ਟੰਕ ਭਰ ਕੇ। ਦੇਖੋ ਜਿਹੜੇ ਹਨ ਗਲਾਂ ਵਿੱਚ ਜਿਹੜੇ ਹਨ ਤੌਕ ਪਾ ਕੇ, ਉਹਨਾਂ ਦੇ ਹੱਥਾਂ ਵਿੱਚ ਹਥੌੜੀਆਂ ਪਾ ਕੇ ਜਾਂ ਵੱਡੇ ਵੱਡੇ ਸੰਗਲ ਪਾ ਕੇ ਸਿੰਘਾਂ ਨੂੰ ਬੰਨ੍ਹ ਲਿਆ ਸੀ ਪਹਾੜੀਆਂ ਨੇ। ਪਾਸ ਨੇ ਬਾਪ ਗਏ ਤੇ ਸਾਰੇ। ਦੇਖੋ ਇਹ ਬਸੋਲੀ ਵਾਲੇ ਤੇ ਹੋਰ ਜਿਹੜੇ ਹਨ ਪਹਾੜੀ ਇਲਾਕਿਆਂ ਵਿੱਚੋਂ ਸਿੰਘ ਜਿਹੜੇ ਉਹਨਾਂ ਨੇ ਫੜ ਲਏ ਸਨ, ਉਹਨਾਂ ਨੂੰ ਇਕੱਠੇ ਕਰਕੇ ਸੰਗਲ ਪਾ ਕੇ ਨਵਾਬ ਦੇ ਵੱਲ ਨਿਕਾਸ ਚੌਂਕ ਲਾਹੌਰ ਵਿੱਚ ਭੇਜ ਦਿੱਤੇ। ਉਨ ਕੇ ਸੀਸਨ ਬੁਰਜ ਉਸਾਰੇ। ਦੇਖੋ ਲਾਹੌਰ ਦੇ ਵਿੱਚ ਜਿਹੜੇ ਵੀ ਸਿੰਘ ਪਹੁੰਚ ਗਏ ਸਨ ਉਹਨਾਂ ਦੇ ਸਿਰ ਜਿਹੜੇ ਕੱਟ ਦਿੱਤੇ ਉੱਥੇ ਨਿਕਾਸ ਚੌਂਕ ਤੇ ਉਹ ਨਿਕਾਸ ਚੌਂਕ ਦੇ ਵਿੱਚ ਬਰਛੇ ਟੰਗ ਕੇ ਸਿੰਘਾਂ ਦੇ ਸਿਰ ਉੱਤੇ ਬਰਛਿਆਂ ਤੇ ਟੰਗ ਕੇ ਉਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ ਸਿੰਘਾਂ ਦੇ ਜਿਹੜੇ ਹਨ ਸਿਰ ਟੰਗੇ ਜੀ ਵੀ ਅਸੀਂ ਇੰਨੇ ਮਾਰ ਲਏ ਹਨ। ਬਚੇ ਸਿੰਘ ਕਿਛ ਹਿੱਸਾ ਥੋੜਾ। ਦੇਖੋ ਕਹਿੰਦੇ ਉਹ ਇਲਾਕੇ ਵਿੱਚ ਕਠੂਹੇ ਵਿੱਚ ਬਸੋਲੀ ਵਿੱਚ ਜੇ ਬਚੇ ਸਨ ਤਾਂ ਬਹੁਤ ਥੋੜੀ ਸਿੱਖ ਬਚੇ ਸਨ, ਜ਼ਿਆਦੇ ਤਰਤੇ ਤਾਂ ਸਾਰੇ ਹੀ ਸ਼ਹੀਦ ਹੋ ਗਏ ਸਨ। ਰਹੇ ਉਹਨਾਂ ਤਿੰਨ ਪੈ ਚੜਨੋਂ ਘੋੜਾ। ਦੇਖੋ ਕਹਿੰਦੇ ਉਹ ਵਿਚਾਰੇ ਗੁਰਸਿੱਖ ਸਨ ਜਿਨ੍ਹਾਂ ਤੋਂ ਆਪ ਚੜਿਆ ਨਹੀਂ ਜਾਂਦਾ ਸੀ ਪਹਾੜੀ, ਤੇ ਜਿਨ੍ਹਾਂ ਦੇ ਘੋੜੇ ਵੀ ਰਾਹ ਵਿੱਚ ਹੀ ਦਮ ਛੱਡ ਗਏ ਸਨ, ਉਹ ਵੀ ਨਾ ਚੜ ਸਕੇ, ਇਸ ਕਰਕੇ ਉਹ ਕਿਤੇ ਜਾ ਨਾ ਸਕੇ। ਦੋਹਰਾ ਸੁੱਖਾ ਸਿੰਘ ਸੰਗ ਜੋ ਗਏ, ਹਜ਼ਾਰ ਦੋਏ ਕੈ ਤੀਨ। ਦੇਖੋ ਸਿੰਘ ਜਿਹੜਾ ਸੁੱਖਾ ਸਿੰਘ ਸੀਗਾ ਜਿਹੜਾ ਹਨ ਮਾੜੀ ਕੰਬੋ ਵਾਲੇ, ਕਹਿੰਦੇ ਇਹਨਾਂ ਨੇ ਵੀ ਜਿਹੜਾ ਹਨ ਇਹਨਾਂ ਦੇ ਨਾਲ ਜਿਹੜੇ 2-3 ਹਜ਼ਾਰ ਸਿੰਘ ਸੀਗੇ, ਇਹ ਜਿਹੜਾ ਹਨ ਭਾਈ ਸੁੱਖਾ ਸਿੰਘ ਉਹਨਾਂ ਨੂੰ ਬਚਾ ਕੇ ਲੈ ਗਿਆ ਸੀ ਆਪਣੇ ਇਲਾਕੇ ਨੂੰ। ਇਨ ਪੈ ਘੋੜੋ ਜੋ ਬਚਿਓ ਬੀਜ ਮਾਤਰ ਗਿਨ ਲੀਨ। ਦੇਖੋ ਇਨ ਪੈ ਘੋੜੇ ਜੋ ਬਚਿਓ, ਕਹਿੰਦੇ ਘੋੜੇ ਵੀ ਜਿਹੜੇ ਹਨ ਬਹੁਤ ਥੋੜੀ ਹੀ ਬਚੇ ਸਨ ਤੇ ਜਿਹੜਾ ਹਨ ਜ਼ਿਆਦੇ ਤਰਤਾ ਘੋੜੇ ਵੀ ਸਾਰੇ ਮਰ ਗਏ ਸਨ। ਚੌਪਈ ਕਉ ਕਹੈ ਮੋਏ 40,000। ਦੇਖੋ ਇਹ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਉਸ ਵੇਲੇ ਦੀਆਂ ਗੱਲਾਂ ਹਨ ਤੇ ਕਈਆਂ ਨੇ ਅੰਦਾਜ਼ਾ ਇਹ ਲਾਇਆ ਸੀਗਾ ਵੀ ਸਿੰਘਾਂ ਦੀ ਗਿਣਤੀ ਜਿਹੜੀ ਸ਼ਹੀਦ ਹੋਈ ਆ ਉਹ 40,000 ਨੇ। 40,000 ਸਿੱਖ ਜਿਹੜਾ ਹਨ ਸ਼ਹੀਦ ਹੋਇਆ ਇਹ ਛੋਟੇ ਘੱਲੂਘਾਰੇ ਦੇ ਵਿੱਚ। ਐਡਾ ਜਿਹੜਾ ਹਨ ਕਸਮਾਨ ਦਾ ਜਿਹੜਾ ਹੈ ਕਹਿਰ ਇਹਨਾਂ ਨੇ ਤੋੜਨਾ ਕੀਤਾ ਸਿੱਖਾਂ ਦੇ ਸਿਰ ਦੇ ਉੱਤੇ ਕਿ 40,000 40,000 ਸਿੱਖ ਸ਼ਹੀਦ ਹੋਇਆ। ਤੋ ਕਹੈ ਸਿੰਘ ਬਹੁ ਭਏ ਮਾਰ। ਕਈ ਕਹਿੰਦੇ ਨੇ ਵੀ ਸਾਨੂੰ ਪਤਾ ਨਹੀਂ ਕਿੰਨੇ ਸ਼ਹੀਦ ਹੋਏ, ਪਰ ਕਹਿੰਦੇ ਜੰਗਲਾਂ ਦੇ ਜੰਗਲ ਭਰ ਗਏ ਸਨ ਲੋਥਾਂ ਦੇ ਨਾਲ।
ਕਹਿੰਦੇ ਲਾਹੌਰ ਸ਼ਹਿਰ ਭਰ ਗਿਆ ਸੀਗਾ। ਕਹਿੰਦੇ ਰਾਵੀ ਦੇ ਵਿੱਚ ਵੀ ਲੋਥਾਂ ਤਰਦੀਆਂ ਸਨ। ਕਹਿੰਦੇ ਪਤਾ ਨਹੀਂ ਜਿੱਥੇ ਦੇਖਦੇ ਸਨ ਲੋਥਾਂ ਹੀ ਲੋਥਾਂ ਸਿੰਘਾਂ ਦੀਆਂ ਪਈਆਂ ਸਨ। ਕਹੂ ਕਹੈ ਸਿੰਘ 40 ਸਾਰੇ। ਕਹਿਣ ਲੱਗੇ ਕੋਈ ਕਹਿੰਦੇ ਹਨ ਕਿ ਸਿੰਘ ਜਿਹੜੇ ਹਨ ਉਸ ਵੇਲੇ ਜਿਹੜੇ ਹਨ ਸਾਰੇ ਗਿਣਤੀ ਦੇ 40,000 ਸਨ, ਤੇ 40,000 ਦੇ ਵਿੱਚੋਂ ਜੇ ਕਹਿੰਦੇ ਵੀ ਸ਼ਹੀਦ ਹੋਏ ਨੇ, ਕਹਿੰਦੇ ਫੇਰ ਕਹਿੰਦੇ ਜਿਹੜੇ ਬੱਚੇ ਨੇ ਉਹ ਤਾਂ ਬਹੁਤ ਥੋੜੀ ਬਚੇ ਸਨ ਉਸ ਵੇਲੇ, ਕਿਉਂਕਿ ਲਾਹੌਰ ਦੇ ਇਰਦ ਗਿਰਦ ਵਿੱਚ ਰਹਿਣ ਵਾਲੇ ਕਹਿੰਦੇ 40,000 ਸਿੰਘ ਸੀਗਾ ਸਾਰਾ, ਤੇ ਉਹਨਾਂ ਦੀ ਬਹੁਤ ਗਿਣਤੀ ਤਾਂ ਉੱਥੇ ਮਾਰੇ ਗਏ। ਤਿੰਨ ਮੈਂ ਬਚੇ 6-7 ਕੋ ਸਾਰੇ। ਦੇਖੋ ਉਹਨਾਂ ਵਿੱਚੋਂ 6 ਜਾਂ 7,000 ਸਿੰਘ ਹੀ ਬੱਚੇ ਸਨ। ਸੋ ਕਈਆਂ ਨੇ ਗਿਣਤੀ ਕੀਤੀ ਵੀ ਜਿਹੜਾ 6-7,000 ਬਚਿਆ, ਉਹਨਾਂ ਨੇ ਹਿਸਾਬ ਲਾਇਆ 33-34,000 ਸਿੱਖ ਜਾਂ 33 ਜਾਂ 34,000 ਸਿੱਖ ਸ਼ਹੀਦ ਹੋਇਆ। ਕਹੂ ਕਹੈ ਦਲ ਆਹੇ 50। ਕਹਿਣ ਲੱਗੇ ਕੋਈ ਕਹਿੰਦਾ ਹੈ, ਕਹਿੰਦੇ ਕਈ ਜਿਹੜੇ ਹਨ ਕਹਿੰਦੇ ਉਹ ਇਹ ਕਹਿੰਦੇ ਨੇ ਵੀ ਉਸ ਵੇਲੇ ਜਿਹੜਾ ਹਨ 50,000 ਸਿੱਖ ਸੀਗਾ, ਜਿਨ੍ਹਾਂ ਵਿੱਚੋਂ 40,000 ਜਿਹੜਾ ਸ਼ਹੀਦ ਹੋ ਗਿਆ, ਤਕਰੀਬਨ 10,000 ਸਿੱਖ ਹੀ ਰਹਿ ਗਿਆ ਸੀ। ਤਿੰਨ ਮੈਂ ਭਇਓ 40 ਕੋ ਨਾਸ। ਕਹਿਣ ਲੱਗੇ ਇਉਂ ਕਹਿੰਦੇ ਵੀ 40,000 ਜਿਹੜਾ ਸ਼ਹੀਦ ਹੋ ਗਿਆ ਸੀ, ਰਹਿ ਗਿਆ ਸੀ ਕੇਵਲ 10,000 ਸਿੱਖ, ਜਿਹੜਾ ਗਿਣਤੀ ਵਿੱਚ ਟੋਟਲ 10,000 ਹੀ ਰਹਿ ਗਿਆ ਸੀ। ਕਹੂ ਕਹੈ ਸਿੰਘ ਹੋਤੇ ਘਨੇ। ਕਹਿਣ ਲੱਗੇ ਕਈ ਕਹਿੰਦੇ ਹਨ ਵੀ ਸਿੰਘ ਤਾਂ ਬਹੁਤ ਘਣੇ ਸਨ, ਬਹੁਤ ਜ਼ਿਆਦਾ ਸਨ, ਜਿਨ੍ਹਾਂ ਦੇ ਵਿੱਚੋਂ 40,000 ਸ਼ਹੀਦ ਹੋਇਆ। ਭਰਤ ਨਹੀਂ ਜੇ ਮੂਏ ਗਣੇ। ਕਹਿਣ ਲੱਗੇ ਦੇਖੋ ਜੋ ਸਿੰਘ ਉੱਥੇ ਸ਼ਹੀਦ ਹੋਏ ਹਨ ਉਹਨਾਂ ਦੀ ਗਿਣਤੀ ਕਰਨੀ ਬੜੀ ਔਖੀ ਹੈ, ਕਿਉਂਕਿ ਕੌਣ ਗਿਣ ਕੇ ਦੱਸੇ, ਉਹਨਾਂ ਨੇ ਤਾਂ ਨਹੀਂ ਦੱਸਣੀ ਜੀ ਜਿਨ੍ਹਾਂ ਨੇ ਮਾਰੇ ਹਨ। ਸੋ ਲਿਖ ਦੀਨੀ ਜੋ ਹਮ ਸੁਣੀ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦਾ ਵੀ ਜੋ ਅਸੀਂ ਸੁਣਿਆ ਹੈ ਉਹੀ ਅਸੀਂ ਲਿਖ ਦਿੱਤਾ ਹੈ। ਇਸ ਤਰ੍ਹਾਂ ਦੇ ਖਿਆਲ ਜਾਂ ਇਸ ਤਰ੍ਹਾਂ ਦੀਆਂ ਗਿਣਤੀਆਂ ਉਸ ਵੇਲੇ ਕਰਕੇ ਦੱਸਿਆ ਕਰਦੇ ਸਨ ਵੀ ਛੋਟੇ ਘੱਲੂਘਾਰੇ ਵਿੱਚ ਇਹ ਹੋਇਆ। ਭਾਰਤ ਨਹੀਂ ਕੁਛ ਗਿਣਤੀ ਗਣੀ। ਕਹਿਣ ਲੱਗੇ ਇਸ ਕਰਕੇ ਉਹਨਾਂ ਦੀ ਗਿਣਤੀ ਜਿਹੜੀ ਹੈ ਸਹੀ ਕਰਕੇ ਦੱਸਣੀ ਕਹਿੰਦੇ ਬਹੁਤ ਔਖੀ ਹੈ। ਜੋ ਮੋਹੇ ਪਿਤਾ ਥੋ ਮੋਹੇ ਸੁਣਾਇਓ। ਕਹਿਣਗੇ ਜੋ ਸਾਡੇ ਪਿਤਾ ਰਾਏ ਸਿੰਘ ਨੇ ਸਾਨੂੰ ਦੱਸਿਆ ਅਸੀਂ ਉਹੀ ਅੱਗੇ ਤੁਹਾਨੂੰ ਜਿਹੜਾ ਹਨ ਲਿਖ ਕੇ ਇੱਥੇ ਦੱਸਿਆ ਹੈ। ਰਤਨ ਸਿੰਘ ਨੇ ਸੋ ਲਿਖਾਇਓ। ਕਹਿਣਗੇ ਰਤਨ ਸਿੰਘ ਨੇ ਸੋ ਲਿਖਾਇਓ। ਕਹਿੰਦਾ ਮੈਂ ਰਤਨ ਸਿੰਘ ਉਹੀ ਅੱਗੇ ਲਿਖਦਾ ਹਾਂ, ਮੈਂ ਆਪਣੇ ਵੱਲੋਂ ਕੋਈ ਅਦਲਾ ਬਦਲੀ ਨਹੀਂ ਕੀਤੀ, ਜਿਹੜਾ ਮੈਂ ਸੁਣਿਆ ਮੈਂ ਉਹੀ ਲਿਖਿਆ ਹੈ। ਦੋਹਰਾ ਸੰਮਤ 18 ਸਹਿ ਹੁਤੋ ਉਪਰ 300 ਸਾਲ। ਦੇਖੋ ਕਹਿੰਦੇ ਬਿਕਰਮੀ ਸਾਲ ਹੈ, ਕਹਿੰਦੇ 18 ਜਿਹੜਾ 1800 ਜਾਂ 1800 ਜਿਹੜਾ ਸੰਮਤ ਹੈ, ਉੱਤੇ ਜਿਹੜਾ ਹਨ 3 ਸਾਲ ਹੋਰ ਹਨ। 1803 ਬਿਕਰਮੀ ਦਾ ਸਾਲ ਸੀਗਾ ਜਿਹੜਾ ਕਿ ਇਹ ਛੋਟਾ ਘੱਲੂਘਾਰਾ ਹੋਇਆ, ਤੇ ਆਪਣਾ ਈਸਵੀ ਸਾਲ ਬਣਦਾ ਹੈ 1746। ਸੋ ਇਹ ਸਾਲ ਦੇ ਵਿੱਚ ਇਹ ਛੋਟਾ ਘੱਲੂਘਾਰਾ ਹੋਇਆ ਜੀ। ਘੱਲੂਘਾਰੋ ਵੱਢ ਕਰਿਓ ਤੁਰਕਨ ਸਿੰਘਨ ਨਾਲ। ਦੇਖੋ ਅੱਗੇ ਜਾ ਕੇ ਜਿਹੜਾ ਹਨ ਇੱਕ ਹੋਰ ਵੀ ਜਿਹੜਾ ਹੈ ਘੱਲੂਘਾਰਾ ਹੋਣਾ ਹੈ, ਜਿਹਨੂੰ ਬਾਅਦ ਵਿੱਚ ਵੱਡਾ ਘੱਲੂਘਾਰਾ ਕਿਹਾ ਹੈ। ਕਹਿੰਦੇ ਹੁਣ ਤੱਕ ਜਦੋਂ ਇਹ ਘੱਲੂਘਾਰਾ ਹੋਇਆ ਸੀ ਇਹਨੂੰ ਵੀ ਵੱਡਾ ਘੱਲੂਘਾਰਾ ਕਰਕੇ ਜਾਣਿਆ ਜਾਂਦਾ ਸੀਗਾ। ਇਸ ਤੋਂ ਬਾਅਦ ਜਿਹੜਾ ਅੱਗੇ ਜਿਹੜਾ 1761 ਦੇ ਵਿੱਚ ਅੱਗੇ 64 ਵਿੱਚ ਹੋਇਆ, ਉਹ ਘੱਲੂਘਾਰਾ ਜਦੋਂ ਹੋਇਆ ਫਿਰ ਉਹ ਵੱਡਾ ਹੋ ਗਿਆ, ਇਹਨੂੰ ਛੋਟਾ ਘੱਲੂਘਾਰਾ ਕਰਕੇ ਜਾਣਨਾ ਸ਼ੁਰੂ ਕਰ ਦਿੱਤਾ ਜੀ। ਸੰਮਤ 18 ਸਹਿ ਹੁਤੋ ਉਪਰ 300 ਸਾਲ। ਘੱਲੂਘਾਰੋ ਵੱਢ ਕਰਿਓ ਤੁਰਕਨ ਸਿੰਘਨ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।